ਅੱਜ ਆਪਾਂ ਕਰਾਂਗੇ ਡਿਫਰੈਂਸ ਬਿਟਵੀਨ ਅਸੈਸਮੈਂਟ ਆਫ ਲਰਨਿੰਗ ਐਂਡ ਅਸੈਸਮੈਂਟ ਫਾਰ ਲਰਨਿੰਗ। ਸਭ ਤੋਂ ਪਹਿਲਾਂ ਅਸੀਂ ਦੇਖ ਲਾਂਗੇ ਲਿਟਰਲੀ ਇਹਨਾਂ ਦੋਨਾਂ ਦਾ ਮੀਨਿੰਗ ਕੀ ਹੁੰਦਾ। ਅਸੈਸਮੈਂਟ ਆਫ ਲਰਨਿੰਗ ਦਾ ਮਤਲਬ ਹੁੰਦਾ ਸਿੱਖਣ ਦਾ ਮੁਲਾਂਕਣ। ਤੁਸੀਂ ਕੀ ਸਿੱਖਿਆ ਉਸ ਚੀਜ਼ ਨੂੰ ਟੈਸਟ ਕਰਨਾ। ਅਸੈਸਮੈਂਟ ਆਫ ਲਰਨਿੰਗ is the qualification of change in level of students after the time duration in which the students have undergone a specific course of instructions। So one by one words ਨੂੰ ਸਮਝਣ ਦੀ ਕੋਸ਼ਿਸ਼ ਕਰਨਾ। ਮੀਨਸ ਕੀ ਕਹਿੰਦੇ ਕਿ ਤੁਹਾਡੀ ਲਰਨਿੰਗ ਦੇ ਵਿੱਚ ਕਿੰਨਾ ਡਿਫਰੈਂਸ ਆਇਆ ਸੇ ਸਪੈਸੀਫਿਕ ਕੋਰਸ ਵਿੱਚ ਐਨਰੋਲਮੈਂਟ ਲੈਂਦੇ ਹੋ। ਫੋਰ ਐਗਜ਼ਾਮਪਲ ਤੁਸੀਂ BEd ਵਿੱਚ ਐਨਰੋਲ ਹੋਣ ਤੋਂ ਪਹਿਲਾਂ ਤੁਹਾਨੂੰ BEd ਦੇ ਬਹੁਤ ਸਾਰੀਆਂ ਮਾਈਕਰੋ ਟੀਚਿੰਗ ਸਕਿੱਲਸ ਦਾ ਨਹੀਂ ਪਤਾ ਹੋਊਗਾ ਜਾਂ ਬਹੁਤ ਸਾਰੀ ਸਾਈਕੋਲੋਜੀਕਲ ਥਿਊਰੀਜ਼ ਦਾ ਤੁਹਾਨੂੰ ਨਹੀਂ ਪਤਾ ਹੋਊਗਾ। ਤੁਸੀਂ ਉਸ ਤੋਂ ਬਾਅਦ BEd ਵਿੱਚ ਐਨਰੋਲ ਹੋਏ, ਤੁਸੀਂ ਉਸ ਚੀਜ਼ ਬਾਰੇ ਪੜ੍ਹਿਆ ਐਂਡ ਐਟ ਦੀ ਐਂਡ ਹੁਣ ਅਗਰ ਤੁਹਾਡਾ ਟੈਸਟ ਲਿਆ ਜਾਵੇ ਤਾਂ ਤੁਸੀਂ ਬਹੁਤ ਸਾਰੀ ਸਕਿੱਲਸ ਜਾਂ ਬਹੁਤ ਸਾਰੀ ਥਿਊਰੀਜ਼ ਨੂੰ ਐਕਸਪਲੇਨ ਕਰ ਸਕਦੇ ਹੋ। ਇਟ ਮੀਨਸ ਕਿ ਲੈਵਲ ਤੁਹਾਡੀ ਲਰਨਿੰਗ ਦਾ ਕਿੰਨਾ ਲੈਵਲ ਇੰਪਰੂਵ ਹੋਇਆ ਇਸ ਚੀਜ਼ ਦਾ ਟੈਸਟ ਕਰਨ ਨੂੰ ਆਪਾਂ ਕੀ ਬੋਲ ਦਿੰਦੇ ਹਾਂ, ਅਸੈਸਮੈਂਟ ਆਫ ਲਰਨਿੰਗ। ਉਸ ਤੋਂ ਬਾਅਦ ਅਗਰ ਗੱਲ ਕਰ ਲਈ ਆਪਾਂ ਅਸੈਸਮੈਂਟ ਫਾਰ ਲਰਨਿੰਗ। ਅਸੈਸਮੈਂਟ ਫਾਰ ਲਰਨਿੰਗ ਕੀ ਹੁੰਦੀ ਹੈ? ਅਸੈਸਮੈਂਟ ਫਾਰ ਲਰਨਿੰਗ ਦਾ ਲਿਟਰਲੀ ਪੰਜਾਬੀ ਮਤਲਬ ਹੁੰਦਾ ਸਿੱਖਣ ਲਈ ਮੁਲਾਂਕਣ, ਕਿ ਤੁਸੀਂ ਕਿੱਦਾਂ ਬਿਹਤਰ ਸਿੱਖ ਸਕਦੇ ਹੋ। ਇਹਦੇ ਵਿੱਚ ਬੱਚੇ ਦਾ ਇੱਕ ਟੈਸਟ ਨਹੀਂ ਹੋਣਾ ਕਿ ਤੁਸੀਂ ਕੀ ਸਿੱਖਿਆ ਜਾਂ ਇਹਦੇ ਵਿੱਚ ਤੁਸੀਂ ਲਰਨਿੰਗ ਨੂੰ ਕਿੱਦਾਂ ਇੰਪਰੂਵ ਕਰ ਸਕਦੇ ਹੋ ਜਾਂ ਤੁਸੀਂ ਕਿਸੇ ਸਕੂਲ ਦੇ ਕਰੀਕੂਲਮ ਨੂੰ ਕਿਵੇਂ ਇੰਪਰੂਵ ਕਰ ਸਕਦੇ ਹੋ। ਬੱਚਿਆਂ ਦਾ ਟੈਸਟ ਲੈ ਕੇ ਅਗਰ ਅਸੀਂ ਦੇਖ ਰਹੇ ਹਾਂ ਅਕੋਰਡਿੰਗ ਟੂ ਟੈਸਟ ਬੱਚਿਆਂ ਦੀ ਕਿਸੇ ਇੱਕ ਟੌਪਿਕ ਦੇ ਵਿੱਚੋਂ ਓਵਰਆਲ ਪਰਫੋਰਮੈਂਸ ਨਹੀਂ ਸਹੀ ਜਾਂ ਫਿਰ ਉਹਨਾਂ ਨੂੰ ਉਹ ਟੌਪਿਕ ਟਫ ਲੱਗ ਰਿਹਾ, ਇਟ ਮੀਨਸ ਤੁਸੀਂ ਉਹ ਕਰੀਕੂਲਮ ਨੂੰ ਚੇਂਜ ਕਰ ਸਕਦੇ ਹੋ। ਮਤਲਬ ਕਿ ਤੁਸੀਂ ਲਰਨਿੰਗ ਨੂੰ ਇੰਪਰੂਵ ਕਰਨਾ। ਕਿਵੇਂ ਕਰ ਸਕਦੇ ਹੋ? Assessment for learning is the process of assessment which is conducted for the sake of learning। ਕਿ ਸਾਡੀ ਜਿਹੜੀ ਹੈ ਲਰਨਿੰਗ ਹੋ ਸਕੇ। ਠੀਕ ਆ, ਇਹਦਾ ਮਤਲਬ ਬੱਚੇ ਨੂੰ ਟੈਸਟ ਕਰਨਾ ਜਾਂ ਇਵੈਲੂਏਟ ਕਰਨਾ ਨਹੀਂ ਇਹਦਾ ਮਕਸਦ। ਇਹਦਾ ਮਕਸਦ ਇਹ ਹੈ ਕਿ ਤੁਸੀਂ ਲਰਨਿੰਗ ਵੱਧ ਤੋਂ ਵੱਧ ਕਰਵਾਉਣੀ ਹੈ ਨਾ। ਉਹਦੇ ਲਈ ਤੁਹਾਨੂੰ ਅਗਰ ਕਰੀਕੂਲਮ 'ਚ ਚੇਂਜ ਕਰਨ ਦੀ ਜ਼ਰੂਰਤ ਆ ਜਾਂ ਕੋਈ ਹੋਰ ਚੀਜ਼, ਇਟ ਮੀਨਸ ਤੁਸੀਂ ਸਿਰਫ ਬੱਚਿਆਂ ਦੀ ਲੈਵਲ ਆਫ ਲਰਨਿੰਗ ਜਾਂ ਤੁਸੀਂ ਬੱਚਿਆਂ ਦੀ ਲਰਨਿੰਗ ਨੂੰ ਇੰਪਰੂਵ ਕਰਨਾ ਹੈ। ਸੋ ਅੱਗੇ ਅਸੀਂ ਕੁਝ ਪੁਆਇੰਟ ਡਿਸਕਸ ਕਰ ਲੈਂਦੇ ਹਾਂ। ਸੋ ਕਿਹੜੇ ਮੇਨ ਪੁਆਇੰਟ ਹੋ ਸਕਦੇ ਨੇ? 1 ਆ ਗਿਆ ਨੇਚਰ। ਅਸੈਸਮੈਂਟ ਆਫ ਲਰਨਿੰਗ ਹੋਏਗਾ ਇਟ ਇਜ਼ ਸਮੇਟਿਵ ਇਨ ਨੇਚਰ। ਸਮੇਟਿਵ ਕੀ ਹੁੰਦਾ? ਜਿਹੜਾ ਐਡ ਆਫ ਦੀ ਈਅਰ ਤੁਹਾਨੂੰ ਟੈਸਟ ਕੀਤਾ ਜਾਵੇ, ਹੈ ਨਾ। ਆਪਾਂ ਦੇਖਿਆ ਹੋਇਆ ਕਿ ਅਸੀਂ ਪਹਿਲਾਂ ਵੀ ਕਿਹਾ ਕਿ ਕਿਸੇ ਕੋਰਸ ਦੇ ਵਿੱਚ ਤੁਸੀਂ ਕਿੰਨੀ ਲਰਨਿੰਗ ਕੀਤੀ ਉਸ ਚੀਜ਼ ਨੂੰ ਟੈਸਟ ਕਰਨਾ, ਮਤਲਬ ਕਿ ਐਂਡ ਆਫ ਦੀ ਈਅਰ। ਉਸ ਤੋਂ ਬਾਅਦ ਗੱਲ ਆ ਗਈ ਅਸੈਸਮੈਂਟ ਫਾਰ ਲਰਨਿੰਗ ਵਿੱਚ ਫੋਰਮੇਟਿਵ, ਮਤਲਬ ਟਾਈਮ ਟੂ ਟਾਈਮ ਸਟੱਡੀ ਦੇ ਨਾਲ ਤੁਹਾਡਾ ਟੈਸਟ ਲੈ ਕੇ ਚੈੱਕ ਕੀਤਾ ਜਾਵੇ ਕਿ ਤੁਹਾਨੂੰ ਕਰੀਕੂਲਮ ਨੂੰ ਜਾਂ ਸਟੱਡੀ ਨੂੰ ਇੰਪਰੂਵ ਕਰਨ ਵਾਸਤੇ ਅਸੀਂ ਕਿਹੜੇ ਸਟੈਪਸ ਲੈ ਸਕਦੇ ਹਾਂ। Number 2 is involvement. Students are not involved in the process of assessment। ਠੀਕ ਆ, assessment of learning ਵਿੱਚ ਸਟੂਡੈਂਟ ਨਹੀਂ ਇਨਵੋਲਵ ਹੋਣਗੇ। ਜਿਹੜੇ ਸਮੇਟਿਵ ਦੇ ਵਿੱਚ ਕੀ ਹੁੰਦਾ, ਟੀਚਰ ਕੀ ਆ ਇੱਕ ਕੁਐਸਚਨ ਪੇਪਰ ਡਿਜ਼ਾਈਨ ਕਰ ਦੇਣਗੇ ਐਂਡ ਬੱਚਿਆਂ ਨੂੰ ਉਹਦੇ ਬੇਸਿਸ ਤੇ ਕੀ ਆ ਅਸੈਸ ਕੀਤਾ ਜਾਵੇਗਾ। ਬਟ ਜਿਹੜੀ ਫੋਰਮੇਟਿਵ ਆ ਸਾਨੂੰ ਪਤਾ ਹੀ ਹੈ ਟਾਈਮ ਟੂ ਟਾਈਮ ਟੈਸਟ ਲੈਣਾ ਤੇ ਇਹਦੇ ਵਿੱਚ ਦੋਨਾਂ ਦੀ ਇਨਵੋਲਵਮੈਂਟ ਹੁੰਦੀ ਹੈ। ਸਟੂਡੈਂਟਸ ਕੈਨ ਬੀ ਇਨਵੋਲਵਡ ਇਨ ਦੀ ਪ੍ਰੋਸੈਸ ਆਫ ਅਸੈਸਮੈਂਟ। ਕਹਿੰਦੇ ਅਸੈਸਮੈਂਟ ਫਾਰ ਲਰਨਿੰਗ ਵਿੱਚ। ਠੀਕ ਆ, ਅਸੀਂ ਸਟੂਡੈਂਟਸ ਨੂੰ ਵੀ ਇਨਵੋਲਵ ਕਰ ਸਕਦੇ ਹਾਂ, ਉਹਨਾਂ ਤੋਂ ਵੀ ਆਈਡੀਆ ਲੈ ਸਕਦੇ ਹਾਂ ਕਿ ਅਸੀਂ ਕਿਸ ਤਰ੍ਹਾਂ ਲਰਨਿੰਗ ਨੂੰ ਇੰਪਰੂਵ ਕਰ ਸਕੀਏ। ਅਗਰ ਹੁਣ ਅਸੀਂ ਨੈਕਸਟ ਪੁਆਇੰਟ ਦੇਖ ਲਈਏ ਗਾਈਡੈਂਸ। ਸਟੂਡੈਂਟਸ ਆਰ ਨੋਟ ਗਿਵਨ ਗਾਈਡੈਂਸ ਫਾਰ ਇੰਪਰੂਵਿੰਗ ਲਰਨਿੰਗ। ਠੀਕ ਆ, ਇਹਦੇ ਵਿੱਚ ਸਟੂਡੈਂਟਸ ਨੂੰ ਕੋਈ ਗਾਈਡੈਂਸ ਨਹੀਂ ਮਿਲਦੀ ਹੈ। ਜੋ ਸਟੱਡੀ ਹੋ ਗਈ ਹੈ ਉਹਦੇ ਵਿੱਚ ਐਟ ਦੀ ਐਂਡ ਆਫ ਦੀ ਈਅਰ ਤੁਹਾਡਾ ਟੈਸਟ ਲੈ ਲਿਆ ਗਿਆ, ਉਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਗਾਈਡੈਂਸ ਨਹੀਂ ਮਿਲੇਗੀ। ਬਟ ਫੋਰਮੇਟਿਵ 'ਚ ਕੀ ਹੁੰਦਾ, ਅਸੀਂ ਟਾਈਮ ਟੂ ਟਾਈਮ ਟੈਸਟ ਲੈ ਰਹੇ ਹਾਂ। ਇਟ ਮੀਨਸ ਕਿ ਅਗਰ ਬੱਚੇ ਦੇ ਵਿੱਚ ਉਸਨੂੰ ਕੋਈ ਇੰਪਰੂਵਮੈਂਟ ਦੀ ਜ਼ਰੂਰਤ ਆ, ਕਿਸੇ ਹੈਲਪ ਦੀ ਜ਼ਰੂਰਤ ਆ ਤਾਂ ਤੁਸੀਂ ਕਿ ਉਹਨੂੰ ਗਾਈਡੈਂਸ ਦੇ ਸਕਦੇ ਹੋ। ਸਟੂਡੈਂਟਸ ਆਰ ਗਾਈਡਡ ਟੂ ਇੰਪਰੂਵ ਲਰਨਿੰਗ ਔਨ ਦੀ ਬੇਸਿਸ ਆਫ ਅਸੈਸਮੈਂਟ। ਨਾਓ ਨੈਕਸਟ ਇਜ਼ ਗ੍ਰੇਡਸ। ਮਾਰਕਸ ਔਰ grades are awarded and communicated to students। ਠੀਕ ਹੈ ਨਾ,
ਸਾਨੂੰ ਪਤਾ ਹੀ ਆ ਐਟ ਦੀ ਐਂਡ ਆਫ ਈਅਰ ਜਿਹੜੇ ਸਾਨੂੰ ਪੇਪਰ ਹੁੰਦੇ ਸਾਨੂੰ ਉਹਦੇ ਗ੍ਰੇਡਸ ਵੀ ਮਿਲਦੇ ਆ, ਮਾਰਕਸ ਵੀ ਮਿਲਦੇ ਆ। ਬਟ ਫਾਰਮੇਟਿਵ 'ਚ ਕੀ ਹੋਵੇਗਾ, ਮਾਰਕਸ ਔਰ ਗ੍ਰੇਡਸ ਆਰ ਲੈਸ ਅਵਾਰਡਡ ਬਟ देयर मीनिंग इज कम्युनिकेटेड टू द स्टूडेंट्स। ਸਾਡੀ ਕੀ ਹੈ ਅਸੈਸਮੈਂਟ ਫॉर ਲਰਨਿੰਗ ਦੇ ਵਿੱਚ ਕੀ ਆ, ਮਾਰਕਸ ਨੂੰ ਜਾਂ ਫਿਰ ਰਿਵਾਰਡਸ ਨੂੰ ਇੰਨੀ ਜ਼ਿਆਦਾ ਇੰਪੋਰਟੈਂਸ ਨਹੀਂ ਦਿੱਤੀ ਜਾਂਦੀ। ਸਿਰਫ ਇੰਪੋਰਟੈਂਸ ਇਹ ਹੁੰਦੀ ਹੈ ਕਿ ਬੱਚੇ ਨੇ ਲਰਨਿੰਗ ਕਿੰਨੀ ਹੋਈ ਆ, ਬੱਚੇ ਦੇ ਕਿੰਨਾ ਕੁਝ ਸਿੱਖ ਪਾਇਆ, ਸਿਰਫ ਇਸ ਚੀਜ਼ ਤੇ ਫੋਕਸ ਹੁੰਦਾ। ਨਾਓ ਨੈਕਸਟ ਇਜ਼ ਫੀਡਬੈਕ। ਫਿਰ ਇਹਦੇ ਚ ਕੀ ਹੋਏਗਾ, ਜਿਹੜਾ ਅਸੈਸਮੈਂਟ ਆਫ ਲਰਨਿੰਗ ਜਿਹੜਾ ਵਾ ਉਹਦੇ ਵਿੱਚ ਕੀ ਹੈ ਫੀਡਬੈਕ ਨਹੀਂ ਹੋਵੇਗੀ। ਅਸੀਂ ਐਟ ਦੀ ਐਂਡ ਬੱਚਿਆਂ ਨੂੰ ਅਸੈਸ ਕਰ ਲਿਆ, ਪੇਪਰ ਲੈ ਲਿਆ, ਤੇ ਉਸ ਤੋਂ ਬਾਅਦ ਆਪਾਂ ਉਹਨਾਂ ਨੂੰ ਕੋਈ ਫੀਡਬੈਕ ਨਹੀਂ ਦੇਵਾਂਗੇ। ਜਸਟ ਅਗਰ ਪਾਸ ਹੋ ਗਿਆ ਅਸੀਂ ਨੈਕਸਟ ਕਲਾਸ 'ਚ ਉਹਨਾਂ ਨੂੰ ਭੇਜ ਦਾਂਗੇ, ਅਗਰ ਨਹੀਂ ਫੇਲ ਹੋ ਗਿਆ ਤਾਂ ਅਸੀਂ ਉਹਨਾਂ ਨੂੰ ਵਾਪਸ ਉਸੇ ਕਲਾਸ ਵਿੱਚ। ਕੁਛ ਜ਼ਿਆਦਾ ਫੀਡਬੈਕ ਦੀ ਨਹੀਂ ਰੋਲ ਹੁੰਦਾ। ਬਟ ਫਾਰਮੇਟਿਵ ਵਾਲੇ 'ਚ ਜਿਹੜੀ ਹੁੰਦੀ ਹੈ, ਜਿਹੜਾ ਅਸੈਸਮੈਂਟ ਫॉर ਲਰਨਿੰਗ ਆ, ਦਿਸ ਇਜ਼ ਫੀਡਬੈਕ ਬੇਸਡ ਅਸੈਸਮੈਂਟ, ਠੀਕ ਹੈ ਨਾ। ਕੀਤਾ ਉਹਦੇ ਵਿੱਚ ਕਿਸੇ ਇੰਪਰੂਵਮੈਂਟ ਦੀ ਜ਼ਰੂਰਤ ਹੈਗੀ ਹੈ ਤਾਂ ਟੀਚਰ ਕੀ ਉਹਨੂੰ ਫੀਡਬੈਕ ਦਿੰਦਾ ਕਿ ਤੁਸੀਂ ਆਪਣੀ ਇਹਨਾਂ ਵੀਕ ਪੁਆਇੰਟਸ ਤੇ ਕੀ ਕੰਮ ਕਰ ਸਕਦੇ ਹੋ। ਸੋ ਉਹ ਕਿਹਦੇ ਵਿੱਚ ਆ ਗਿਆ, ਫਾਰਮੇਟਿਵ 'ਚ। ਨੈਕਸਟ ਇਜ਼ ਮੈਥਡ। ਟ੍ਰੈਡੀਸ਼ਨਲ ਮੈਥਡਸ ਆਫ ਅਸੈਸਮੈਂਟ ਇਜ਼ ਯੂਜ਼ਡ। ਟ੍ਰੈਡੀਸ਼ਨਲ ਕਿਹੜੇ ਹੋ ਸਕਦੇ ਆ, ਜਿਵੇਂ ਪੈਨ ਪੇਪਰ ਨਾਲ ਨਾਰਮਲੀ ਸਾਡਾ ਜਿਹੜਾ ਪੇਪਰ ਲਿਆ ਜਾਂਦਾ ਉਹ ਕੀ ਟ੍ਰੈਡੀਸ਼ਨਲ ਮੈਥਡਸ ਹੀ ਹੋਣਗੇ ਅਸੈਸ ਕਰਨ ਵਾਸਤੇ। ਬਟ ਟ੍ਰੈਡੀਸ਼ਨਲ ਐਜ਼ ਵੈਲ ਐਜ਼ ਮਾਡਰਨ ਮੈਥਡਸ ਆਫ ਅਸੈਸਮੈਂਟ ਆਰ ਯੂਜ਼ਡ। ਬਟ ਜਿਹੜਾ ਫੀਡਬੈਕ ਦੇ ਜਿਹੜਾ ਅਸੈਸਮੈਂਟ ਫॉर ਲਰਨਿੰਗ ਆ ਉਹਦੇ ਵਿੱਚ ਕੀ ਹੋਵੇਗਾ, ਟ੍ਰੈਡੀਸ਼ਨਲ ਵੀ ਤੇ ਮਾਡਰਨ ਵੀ, ਹੈ ਨਾ। ਬੱਚਿਆਂ ਕੋਲ ਰਿਟਨਲੀ ਟੈਸਟ ਵੀ ਹੋ ਸਕਦਾ, ਓਰਲੀ ਵੀ ਹੋ ਸਕਦਾ, ਜਾਂ ਹੋਰ ਵੀ ਕਈ ਮਾਡਰਨ ਬੇਸਿਸ ਤੇ ਬੱਚੇ ਨੂੰ ਅਸੈਸ ਕੀਤਾ ਜਾ ਸਕਦਾ ਹੈ। ਆਸਪੈਕਟ, ਹੁਣ ਅਗਰ ਆਪਾਂ ਆਸਪੈਕਟ ਦੀ ਗੱਲ ਕਰ ਲਈਏ, ਅਸੈਸਮੈਂਟ ਆਫ ਲਰਨਿੰਗ ਵਿੱਚ ਕੀ ਹੋਵੇਗਾ, ਸਕੋਲੈਸਟਿਕ ਆਸਪੈਕਟ ਇਜ਼ ਗਿਵਨ ਇੰਪੋਰਟੈਂਸ ਓਨਲੀ। ਸਕੋਲੈਸਟਿਕ ਮਤਲਬ ਜਿਹੜਾ ਤੁਹਾਡਾ ਕਰੀਕੂਲਮ ਦੇ ਨਾਲ, ਸਟੱਡੀ ਦੇ ਨਾਲ ਹੀ ਸਿਰਫ ਇਨਵੋਲਵਮੈਂਟ ਹੋਏਗੀ, ਜਿਹਦੀ ਮਤਲਬ ਕਿ ਤੁਸੀਂ ਸਿਰਫ ਉਹਦੀ ਲਰਨਿੰਗ ਹੀ ਟੈਸਟ ਕਰਨੀ ਹੈ, ਸਿਰਫ ਉਹਦੀਆਂ ਕਲਾਸਰੂਮ ਐਕਟੀਵਿਟੀਜ਼ ਹੀ ਦੇਖ ਰਹੇ ਹੋ। ਬਟ ਅਸੈਸਮੈਂਟ ਫॉर ਲਰਨਿੰਗ ਵਿੱਚ ਕੀ ਹੋਵੇਗਾ, ਸਕੋਲੈਸਟਿਕ ਐਜ਼ ਵੈਲ ਐਜ਼ ਕੋ ਸਕੋਲੈਸਟਿਕ ਆਸਪੈਕਟਸ ਆਰ ਗਿਵਨ ਇੰਪੋਰਟੈਂਸ। ਬੱਚੇ ਦੀਆਂ ਦੋਨੋਂ ਆਸਪੈਕਟ ਦੇਖੇ ਜਾਣਗੇ, ਸਕੋਲੈਸਟਿਕ ਵੀ, ਉਸ ਤੋਂ ਬਾਅਦ ਕੀ ਉਹਦੀ ਉਸ ਤੋਂ ਇਲਾਵਾ ਕੋ ਸਕੋਲੈਸਟਿਕ ਮਤਲਬ ਕੋ ਕਰਿਕੂਲਰ ਐਕਟੀਵਿਟੀਜ਼, ਓਵਰਆਲ ਬੱਚੇ ਦੀਆਂ ਆਸਪੈਕਟ ਦੇਖੀਆਂ ਜਾਣਗੀਆਂ। ਨੈਕਸਟ ਇਜ਼ ਟੂਲਸ। ਲੈਸ ਨੰਬਰ ਆਫ ਟੂਲਸ ਆਰ ਯੂਜ਼ਡ, ਹੈ ਨਾ। ਸਿਰਫ ਆਪਾਂ ਬੋਲਿਆ ਕਿ ਟ੍ਰੈਡੀਸ਼ਨਲ ਮੈਥਡ ਹੀ ਹੈ, ਪੈਨ ਲੈ ਹੋ ਗਿਆ, ਪੇਪਰ ਹੋ ਗਿਆ, ਹੈ ਨਾ, ਲੈਸ ਨੰਬਰ ਆਫ ਟੂਲਸ ਯੂਜ਼ਡ ਹੋ ਗਏ। ਬਟ ਅਗਰ ਆਪਾਂ ਗੱਲ ਕਰ ਲਈਏ ਅਸੈਸਮੈਂਟ ਫॉर ਲਰਨਿੰਗ, ਲਾਰਜ ਨੰਬਰ ਆਫ ਟੂਲਸ, ਔਰਲੀ ਵੀ, ਰਿਟਨਲੀ ਵੀ, ਜਾਂ ਟੈਕਨੀਕ ਯੂਜ਼ ਕਰਕੇ ਕਿਸੇ ਵੀ ਤਰ੍ਹਾਂ ਬੱਚਿਆਂ ਨੂੰ ਮਾਡਰਨ ਮੈਥਡਸ ਨਾਲ ਵੀ ਆਪਾਂ ਅਸੈਸ ਕਰ ਸਕਦੇ ਹਾਂ। ਸੋ ਇਹਦੇ 'ਚ ਕੀ ਹੋਏਗਾ, ਲਾਰਜ ਨੰਬਰ ਆਫ ਟੂਲਸ ਆਪਾਂ ਯੂਜ਼ ਕਰਾਂਗੇ। ਨਾਓ ਨੈਕਸਟ ਇਜ਼ ਆਟੋਨੋਮੀ। ਆਟੋਨੋਮੀ ਕੀ ਹੁੰਦੀ ਕਿ ਬੱਚੇ ਨੂੰ ਆਤਮ ਨਿਰਭਰ ਕਰਨਾ ਹੈ। ਸੋ ਅਸੈਸਮੈਂਟ ਆਫ ਲਰਨਿੰਗ 'ਚ ਤੇ ਇਵੇਂ ਦਾ ਸਾਨੂੰ ਕੁਛ ਨਹੀਂ ਦੇਖਣ ਨੂੰ ਮਿਲੇਗਾ। ਇਟ ਡਜ਼ ਨਾਟ ਇਨਵੋਲਵ ਸਟੂਡੈਂਟਸ ਆਟੋਨੋਮੀ। ਬਟ ਅਗਰ ਆਪਾਂ ਅਸੈਸਮੈਂਟ ਫॉर ਲਰਨਿੰਗ ਦੀ ਗੱਲ ਕਰ ਲਈਏ, ਉਹਦੇ ਵਿੱਚ ਸਟੂਡੈਂਟਸ ਜਿਹੜੇ ਆ ਖੁਦ ਇਨਵੋਲਵ ਹੋਏ ਆ ਉਸ ਪ੍ਰੋਸੈਸ 'ਚ। ਇਟ ਮੀਨਸ ਕਿ ਉਹ ਖੁਦ ਕੁਝ ਕਰਨ ਤੇ ਆਤਮ ਨਿਰਭਰ ਉਹਨਾਂ ਨੂੰ ਬਣਾਇਆ ਜਾਏਗਾ। ਸੋ ਇਟ ਮੀਨਸ ਕਿ ਅਸੈਸਮੈਂਟ ਆਫ ਫॉर ਲਰਨਿੰਗ ਕੀ ਹੋਏਗਾ, it increases the students autonomy level. Now next is planner. ਅਸੀਂ ਪਹਿਲਾਂ ਹੀ ਦੇਖ ਚੁੱਕੇ ਹਾਂ ਕਿ ਅਸੈਸਮੈਂਟ ਆਫ ਲਰਨਿੰਗ 'ਚ ਕੀ ਹੈ, ਸਿਰਫ ਟੀਚਰ ਹੀ ਇਨਵੋਲਵ ਹੁੰਦਾ। ਬਟ ਅਸੈਸਮੈਂਟ ਫॉर ਲਰਨਿੰਗ ਦੇ ਵਿੱਚ ਸਟੂਡੈਂਟਸ ਵੀ ਇਨਵੋਲਵ ਹੁੰਦੇ ਆ। ਸੋ ਕੀ ਹੈ ਇਹਦੇ ਵਿੱਚ ਪਲੈਨਰ ਵੀ ਕੌਣ ਹੋਏਗਾ, ਟੀਚਰ। ਅਸੈਸਮੈਂਟ ਆਫ ਲਰਨਿੰਗ 'ਚ ਸਿਰਫ ਟੀਚਰ ਹੀ ਪਲੈਨਰ ਹੋਵੇਗਾ। ਬਟ ਅਸੈਸਮੈਂਟ ਫॉर ਲਰਨਿੰਗ 'ਚ ਕੀ ਹੋਵੇਗਾ, ਸਟੂਡੈਂਟ ਵਰਕ ਅੰਡਰ ਗਾਈਡੈਂਸ ਆਫ ਟੀਚਰ। ਟੀਚਰ ਸਿਰਫ ਗਾਈਡ ਹੀ ਕਰੇਗਾ। ਜਿਵੇਂ ਅਸੀਂ NCF 2005 ਦੀ ਗੱਲ ਕਰ ਲਈ, ਹੈ ਨਾ, ਸਾਡੀ ਉਹਦੇ ਵਿੱਚ ਕੰਸਟਰਕਟਿਵਿਜ਼ਮ ਦੀ ਗੱਲ ਹੋਈ ਹੈ, ਜਿਹਦੇ ਵਿੱਚ ਕਿਹਾ ਗਿਆ ਟੀਚਰ ਦਾ ਕੀ ਰੋਲ ਆ, ਟੀਚਰ ਐਕਟ ਐਜ਼ ਅ ਫੈਸਿਲੀਟੇਟਰ, ਠੀਕ ਹੈ ਨਾ। ਟੀਚਰ ਸਿਰਫ ਉਹਨੂੰ ਗਾਈਡੈਂਸ ਦੇਵੇਗਾ, ਕਰੇਗਾ ਬੱਚਾ ਖੁਦ, ਠੀਕ ਆ। ਬੱਚੇ 'ਚ ਇੰਨੀ ਐਬਿਲਿਟੀ ਹੁੰਦੀ ਹੈ ਕਿ ਉਹ ਖੁਦ ਕਿਸੇ ਕੰਮ ਨੂੰ ਕਰ ਸਕਦਾ ਵਾ। ਟੀਚਰ ਦਾ ਰੋਲ ਕੀ ਹੋਵੇਗਾ ਕਿ ਉਹਨੂੰ ਗਾਈਡੈਂਸ ਦੇਵੇ, ਹੈ ਨਾ, ਉਹਦੀ ਗਾਈਡੈਂਸ ਦੇ ਅੰਡਰ ਵਧੀਆ ਬੱਚਾ ਖੁਦ ਕੰਮ ਕਰ ਸਕੇ। ਨਾਓ ਨੈਕਸਟ ਇਜ਼ ਪਰਪਸ। The purpose of assessment of learning is to check the performance of students, ਠੀਕ ਆ। ਇਹ ਕੀ ਅਸੀਂ ਸਮੇਟਿਵ ਟਾਈਪ ਐਟ ਦੀ ਐਂਡ ਆਫ ਦੀ ਈਅਰ ਪੇਪਰ ਲੈਂਦੇ ਪਏ ਹਾਂ। ਇਟ ਮੀਨਸ ਅਸੀਂ ਕਿ ਉਹਦੀ ਸਿਰਫ ਪਰਫੋਰਮੈਂਸ ਚੈੱਕ ਕਰ ਰਹੇ ਹਾਂ। ਬਟ ਅਗਰ ਆਪਾਂ ਗੱਲ ਕਰ ਲਈਏ ਅਸੈਸਮੈਂਟ ਫॉर ਲਰਨਿੰਗ ਦੀ ਪਰਪਸ ਇਜ਼ ਟੂ ਇੰਪਰੂਵਮੈਂਟ ਆਫ ਟੀਚਿੰਗ ਲਰਨਿੰਗ ਪ੍ਰੋਸੈਸ।
ਅਸੀਂ ਬੱਚੇ ਦਾ ਟੀਚਿੰਗ ਲਰਨਿੰਗ ਪ੍ਰੋਸੈਸ ਹੀ ਇੰਪਰੂਵ ਕਰਨਾ, ਅਸੀਂ ਪੂਰਾ ਦਾ ਪੂਰਾ ਸਿਸਟਮ ਹੀ ਇੰਪਰੂਵ ਕਰਨਾ ਹੈ ਅਸੈਸਮੈਂਟ ਫॉर ਲਰਨਿੰਗ ਦੇ ਵਿੱਚ। ਨਾਓ ਨੈਕਸਟ ਇਜ਼ ਡੋਮੀਨੇਸ਼ਨ, ਹਨਾ। ਹੁਣ ਆਪਾਂ ਦੇਖਾਂਗੇ ਕਿਹੜੀ ਚੀਜ਼ ਦਾ ਡੋਮੀਨੇਸ਼ਨ ਹੋਵੇਗਾ। ਅਸੈਸਮੈਂਟ ਆਫ ਲਰਨਿੰਗ ਦੀ ਗੱਲ ਕਰ ਲਈਏ, ਕੁਆਂਟੀਟੇਟਿਵ ਐਸਪੈਕਟ ਡੋਮੀਨੇਟਸ ਦੀ ਪ੍ਰੋਸੈਸ, ਠੀਕ ਆ। ਸਿਰਫ ਕੁਆਂਟਿਟੀ, ਕਿੰਨੇ ਮਾਰਕਸ ਆਏ ਆ, ਕਿੰਨੇ ਬੱਚੇ ਪਾਸ ਹੋਏ ਆ, ਕਿੰਨੇ ਬੱਚੇ ਫੇਲ ਹੋਏ, ਹਨਾ, ਸਿਰਫ ਅਸੀਂ ਕੁਆਂਟਿਟੀ ਹੀ ਮੈਜ਼ਰ ਕਰ ਰਹੇ ਹਾਂ। ਬਟ ਅਸੈਸਮੈਂਟ ਫॉर ਲਰਨਿੰਗ ਵਿੱਚ ਕੀ ਹੋਵੇਗਾ, ਕੁਆਲੀਟੇਟਿਵ ਐਸਪੈਕਟ ਡੋਮੀਨੇਟਸ ਦੀ ਪ੍ਰੋਸੈਸ, ਠੀਕ ਆ। ਅਸੀਂ ਬੱਚਿਆਂ ਦੀ ਕੁਆਲਿਟੀ ਦੇਖਣੀ ਆ ਕਿ ਕੁਆਲਿਟੀ ਉਹਨਾਂ 'ਚ ਕਿੰਨੀ ਇੰਪਰੂਵ ਹੋਈ ਆ, ਉਹਨਾਂ ਦੀ ਲਰਨਿੰਗ ਕਿੰਨੀ ਇੰਪਰੂਵ ਹੋਈ, ਠੀਕ ਆ। ਅਸੀਂ ਕੁਆਲਿਟੀ ਦੇਖਣੀ ਆ। ਸੋ ਬੈਸਟ ਮੈਥਡ ਕਿਹੜਾ ਹੋਏਗਾ, ਉਹੀ ਹੋਏਗਾ ਨਾ ਜਿਹਦੇ ਵਿੱਚ ਤੁਹਾਡੀ ਕੁਆਲਿਟੀ ਡੋਮੀਨੇਟ ਕਰੇਗੀ ਦੈਨ ਕੁਆਂਟਿਟੀ। ਸੋ ਇਹ ਸਨ ਤੁਹਾਡੇ ਕੁਝ ਡਿਫਰੈਂਸ ਕਿਹਦੇ ਵਿੱਚ, ਅਸੈਸਮੈਂਟ ਆਫ ਲਰਨਿੰਗ ਐਂਡ ਅਸੈਸਮੈਂਟ ਫॉर ਲਰਨਿੰਗ ਦੇ ਵਿੱਚ। ਅਗਰ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੈ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ। ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ।